ਬਿਸਮਿਲ੍ਲਾਹਿਰਰਹਿਮਾनिर्रहीम जी अस्सलाम वालेकुम जी सारे दोस्तों ਨੂੰ ਉਮੀਦ ਹੈ ਕਿ ਤੁਸੀਂ ਸਭ ਖੈਰ ਖਰੀਤ ਨਾਲ ਹੋਵੋਗੇ। ਔਰ ਅੱਜ ਜਨਾਬ ਅਸੀਂ ਤੂਤ ਦੇ ਬਾਰੇ ਗੱਲ ਕਰਾਂਗੇ। ਤੂਤ ਸ਼ਤੂਤ ਬਹੁਤ ਸਾਰੇ ਲੋਕ ਇਹਨੂੰ ਮੁxtਲਿਫ ਨਾਵਾਂ ਤੋਂ ਜਾਣਦੇ ਨੇ ਔਰ ਮੁxtਲਿਫ ਨਾਵਾਂ ਤੋਂ ਪਹਿਚਾਣਦੇ ਨੇ, ਲੇਕਿਨ ਤੂਤ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤੇ ਤੂਤ ਦੇ ਅੰਦਰ ਬੇਸ਼ੁਮਾਰ ਐਸੀਆਂ ਚੀਜ਼ਾਂ ਮੌਜੂਦ ਨੇ ਜਿਹੜੀਆਂ ਇਨਸਾਨੀ ਸਿਹਤ ਵਾਸਤੇ, ਇਨਸਾਨੀ ਜ਼ਿੰਦਗੀ ਵਾਸਤੇ ਬਹੁਤ ਹੀ ਬਾਕਮਾਲ ਚੀਜ਼ਾਂ ਨੇ। ਔਰ ਅਗਰ ਦੇਖਿਆ ਜਾਏ तो हिंदुस्तान, पड़ोसी मुल्क तमाम यानी कि अफगानिस्तान, पाकिस्तान, कश्मीर, पंजाब, बंगाल और बहावलपुर यानी ये गल कि हर जगह के उपर ही ਇਹਦਾ फल पैदा ਹੁੰਦਾ और ਇਹਦੇ ਜਿਹੜੇ ਦਰਖਤ ਨੇ ਉਹ ਕਾਫੀ ਉੱਚੇ ਵੀ ਹੋ ਜਾਂਦੇ ਨੇ। ਲੋਕ ਇਹਦੇ ਤੋਂ ਬਹੁਤ ਸਾਰੀਆਂ ਚੀਜ਼ਾਂ ਵੀ ਬਣਾਉਂਦੇ ਨੇ ਔਰ ਅਕਸਰ ਦੇਖਿਆ ਗਿਆ ਕਿ ਰੇਸ਼ਮ ਦੇ ਜਿਹੜੇ ਕੀੜੇ ਪਾਲਦੇ ਨੇ ਲੋਕ, ਉਹ ਵੀ ਇਸ ਹਵਾਲੇ ਦੇ ਨਾਲ ਬਹੁਤ ਸਾਰਾ ਇਹਦੇ ਤੋਂ ਫਾਇਦਾ ਚੁੱਕਦੇ ਨੇ ਔਰ ਅਕਸਰ ਬਣਾਉਣ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਇਸ ਹਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਵੀ ਨੇ। ਅਗਰ ਇਸ ਹਵਾਲੇ ਨਾਲ ਤੇ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਰੇਸ਼ਮ ਦੇ ਜਿਹੜੇ ਕੀੜੇ ਪਾਲਦੇ ਨੇ ਜਾਂ ਸ਼ੌਕ ਰੱਖਦੇ ਨੇ, ਉਹ ਤੂਤ ਸਿਆਹ ਔਰ ਸਫੈਦ ਦੋਨਾਂ ਕਿਸਮਾਂ ਦੇ ਹੀ ਪੱਤਿਆਂ ਦਾ ਇਸਤੇਮਾਲ ਕਰਦੇ ਨੇ। ਔਰ ਇਸ ਤੋਂ ਇਲਾਵਾ ਇਹਦਾ ਜਿਹੜਾ ਮਿਜ਼ਾਜ ਕੱਚੇ ਦਾ ਜਿਹੜਾ ਮਿਜ਼ਾਜ ਉਹ ਗਰਮ ਤਰ ਔਰ ਜਿਹੜਾ ਪੱਕ ਜਾਂਦਾ ਉਹਦਾ ਮਿਜ਼ਾਜ ਯਾਨੀ ਸਰਦ ਤਰ ਹੋ ਜਾਂਦਾ। ਇਸੇ ਤਰ੍ਹਾਂ ਮੌਸਮ ਗਰਮਾਂ ਦੇ ਵਿੱਚ ਇਹ ਇਸਤੇਮਾਲ ਜਾਂਦਾ ਔਰ ਇਸੇ ਤਰ੍ਹਾਂ ਪੱਕਦਾ। ਔਰ ਉਸ ਤੋਂ ਇਲਾਵਾ ਇਹਦੀ ਜਿਹੜੀ ਖੁਰਾਕ ਹੈ 100 ਤੋਂ ਲੈ ਕੇ 400 ਗ੍ਰਾਮ ਤੱਕ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਸ਼ਰਬਤ ਬਣਾਉਂਦੇ ਨੇ ਔਰ ਇਸ ਹਵਾਲੇ ਨਾਲ ਪਿਸ਼ਾਬ ਦੀ ਬੰਦਿਸ਼ ਵਾਲੇ ਜਿਹੜੇ ਹੁੰਦੇ ਨੇ ਲੋਕ ਔਰ ਉਹਨਾਂ ਵਾਸਤੇ ਵੀ ਫਾਇਦੇਮੰਦ ਹੈ। ਇਸੇ ਤਰ੍ਹਾਂ ਹੀ ਸ਼ਤੂਤ ਖੁਸ਼ ਜ਼ਾਇਕਾ ਹੋਣ ਦੇ ਨਾਲ ਨਾਲ ਗਰਮੀ ਦੇ ਵਿੱਚ ਲੋਕ ਜਿਹੜਾ ਪੱਕਿਆ ਹੋਇਆ ਹੁੰਦਾ ਉਹਦੇ ਨਾਲ ਗਰਮੀ ਵੀ ਦੂਰ ਕਰਦੇ ਨੇ। ਕੱਚੇ ਦੇ ਵਿੱਚ ਅਗਰ ਜਿਸਮ ਦੇ ਅੰਦਰ ਸਰਦੀ ਹੋਵੇ ਤਾਂ ਇਹਦੇ ਨਾਲ ਸਰਦੀ ਦੂਰ ਕਰਦੇ ਨੇ। ਖਾਸ ਤੌਰ 'ਤੇ ਦੇਖਿਆ ਜਾਵੇ ਤਾਂ ਖਾਣੇ ਤੋਂ ਬਾਅਦ ਮੂੰਹ ਦੇ ਅੰਦਰ ਅਕਸਰ ਅਗਰ ਜ਼ਿਆਦਾ ਖਾ ਲਿਆ ਜਾਏ ਤਾਂ ਮੂੰਹ ਦੇ ਅੰਦਰ ਛਾਲੇ ਵੀ ਪੈ ਜਾਂਦੇ ਨੇ, ਚੱਕਰ ਆਉਣ ਲੱਗ ਪੈਂਦੇ ਨੇ, ਬੇਹੋਸ਼ੀ ਤੱਕ ਵੀ ਗੱਲ ਜਾ ਸਕਦੀ। ਲੇਕਿਨ ਉਤਨਾ ਕਿ ਹੀ ਇਹਦਾ ਇਸਤੇਮਾਲ ਕਰਨਾ ਚਾਹੀਦਾ ਜਿਤਨਾ ਕਿ ਆਮ ਰੂਟੀਨ ਦੇ ਵਿੱਚ ਹਜ਼ਮ ਹੋਏ। ਇਸੇ ਤਰ੍ਹਾਂ ਹੀ ਇਹਦੇ ਜਿਹੜੇ ਪੱਤੇ ਨੇ ਖਾਰਿਸ਼ ਉਹਦੇ ਵਾਸਤੇ ਫਾਇਦੇਮੰਦ ਨੇ, ਗਲੇ ਦੇ ਜ਼ਖਮਾਂ ਵਾਸਤੇ ਬਹੁਤ ਹੀ ਜ਼ਬਰਦਸਤ ਹੈ ਔਰ ਜਿਹੜੇ ਗਲੇ ਪੈ ਜਾਂਦੇ ਨੇ ਜਾਂ ਗਦੂਦ ਵੱਧ ਜਾਂਦੇ ਨੇ ਉਹਨਾਂ ਵਾਸਤੇ ਵੀ ਬਹੁਤ ਹੀ ਕਮਾਲ ਚੀਜ਼ ਹੈ। ਇਸ ਤਰ੍ਹਾਂ ਅਸੀਂ ਅਗਰ ਦੇਖਿਆ ਜਾਵੇ ਤਾਂ ਇਹਦੇ ਹਵਾਲੇ ਨਾਲ ਗਲੇ ਦੇ ਜਿਹੜਾ ਮਸਲਾ ਬਣਦਾ ਉਹਦੇ ਵਿੱਚ ਇਹਦੇ ਪੱਤਿਆਂ ਦਾ ਜੋਸ਼ਾਂਦਾ ਬਣਾ ਕੇ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਨੇ, ਉਹਦੇ ਗਰਾਰੇ ਕਰਦੇ ਨੇ, ਉਹਦੇ ਨਾਲ ਵੀ ਗਲੇ ਜਿਹੜੇ ਨੇ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ। ਬੁਖਾਰ ਦੇ ਮਰੀਜ਼ਾਂ ਨੂੰ ਵੀ ਸ਼ਰਬਤ ਤੂਤ ਸਿਆਹ 2-2 ਚਮਚ ਜਿਹੜਾ ਦੇਣ ਦੇ ਨਾਲ ਬੁਖਾਰ ਉਤਰਨਾ ਸ਼ੁਰੂ ਹੋ ਜਾਂਦਾ ਔਰ ਕਮਜ਼ੋਰੀ ਰਫਾ ਹੋ ਜਾਂਦੀ। ਇਸੇ ਤਰ੍ਹਾਂ ਹੀ ਅਗਰ ਇਹਦੇ ਬਹੁਤ ਸਾਰੇ ਫਾਇਦੇ ਤਾਂ ਗਿਣੇ ਜਾਂਦੇ ਨੇ, ਲੇਕਿਨ ਦਿਲ ਦਿਮਾਗ ਨੂੰ ਇਹਦੀ ਕਾਫੀ ਤਾਕਤ ਮਿਲਦੀ ਔਰ ਮਾਡਲ ਸਾਇੰਸ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਸਾਇੰਸ ਇਹਦੇ ਉੱਪਰ ਕੰਮ ਕਰ ਰਹੀ ਉਸ ਹਵਾਲੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਜੁਜ਼ ਜਿਹੜੇ ਨੇ ਇਹਦੇ ਅੰਦਰ ਉਹਨਾਂ ਨੇ ਵੇਖੇ ਨੇ, ਤਲਾਸ਼ ਕੀਤੇ ਨੇ ਔਰ ਜਿਹੜਾ ਫਲਾਂ ਦੇ ਹਵਾਲੇ ਨਾਲ ਵੀ ਇੱਕ ਫਲ ਦੇ ਹਵਾਲਾ ਇਹ ਦਿੱਤਾ ਜਾਂਦਾ ਕਿ ਜੀ ਇਹ ਵੀ ਇੱਕ ਫਲ ਹੈ। ਖ਼ਾਸ ਤੌਰ 'ਤੇ ਦਿਮਾਗੀ ਅਮਰਾਜ਼ ਵਾਸਤੇ ਤੂਤ ਸਿਆਹ ਦਾ ਜਾਂ ਸ਼ਤੂਤ ਦਾ ਇਸਤੇਮਾਲ ਕਰਨਾ ਬਹੁਤ ਨਫਾ ਬਖਸ਼ ਫ਼ਾਇਦੇਮੰਦ ਹੈ। ਦਿਮਾਗੀ ਪਰੇਸ਼ਾਨੀ, ਬਾਹੂ ਗੋਲਾ, ਮਿਰਗੀ ਔਰ ਇਸੇ ਤਰ੍ਹਾਂ ਹੀ ਇਹਨਾਂ ਚੀਜ਼ਾਂ ਨੂੰ ਇਹ 20-20 ਗ੍ਰਾਮ ਅਗਰ ਇਸਤੇਮਾਲ ਕਰਾਇਆ ਜਾਏ ਤਾਂ ਫਾਇਦਾ ਕਰਦਾ। ਅਕਸਰ ਤੁਸੀਂ ਦੇਖਿਆ ਹੋਣਾ ਕਿ ਮੌਸਮ ਜਦੋਂ ਸਰਦੀ ਸ਼ੁਰੂ ਹੋ ਜਾਂਦੀ ਬਹੁਤ ਸਾਰੇ ਲੋਕ ਜਿਹੜੇ ਨੇ ਖੁਸ਼ਕ ਮੇਵਾਜਾਤ ਇਸਤੇਮਾਲ ਕਰਦੇ ਨੇ ਔਰ ਇਹਦਾ ਵੀ ਲੋਕ ਜਿਹੜੇ ਨੇ ਇਹਨੂੰ ਵੀ ਸ਼ਾਮਲ ਕਰਦੇ ਨੇ ਔਰ ਕਈ ਮਾਹ ਤੱਕ ਇਹਨੂੰ ਖੁਸ਼ਕ ਕਰਕੇ ਇਸਤੇਮਾਲ ਕੀਤਾ ਜਾਂਦਾ। ਪੇਟ ਦੇ ਕੀੜਿਆਂ ਵਾਸਤੇ ਤੂਤ ਸਿਆਹ ਜਾਂ ਸ਼ਤੂਤ ਇਹਦੀ ਜਿਹੜੀ ਜੜ੍ਹ ਹੈ ਉਹਦਾ ਛਿਲਕੇ ਦਾ ਜੋਸ਼ਾਂਦਾ ਜਿਹੜਾ ਉਹ ਫਾਇਦੇਮੰਦ ਸਾਬਤ ਹੁੰਦਾ ਔਰ ਉਹਦੇ ਹਵਾਲੇ ਨਾਲ 3 ਤੋਂ 4 ਦਿਨ ਤੱਕ ਪੇਟ ਦੇ ਅੰਦਰ ਜਿਹੜੇ ਕੀੜੇ ਹੁੰਦੇ ਨੇ ਉਹ ਨਿਕਲ ਜਾਂਦੇ ਨੇ। ਔਰ ਇਸੇ ਤਰ੍ਹਾਂ ਹੀ ਅਗਰ ਇਹਦੇ ਬਹੁਤ ਸਾਰੇ ਐਸੇ ਫਾਇਦੇ ਨੇ ਜਿਨ੍ਹਾਂ ਨੂੰ ਤੁਸੀਂ ਫਾਇਦਾ ਚੁੱਕ ਸਕਦੇ ਜੇ, ਉਠਾ ਸਕਦੇ ਜੇ। ਦਿਲ ਦੀ ਕਮਜ਼ੋਰੀ ਵਾਸਤੇ ਸ਼ਰਬਤ ਜਿਹੜਾ ਸ਼ਤੂਤ ਦਾ 24
ਅਗਰ ਤੁਸੀਂ 24 ਗ੍ਰਾਮ ਔਰ ਇਸੇ ਤਰ੍ਹਾਂ ਹੀ ਕੁਸ਼ਤਾ ਮਰਜਾਨ ਜਿਹੜਾ 2 ਰੱਤੀ, ਇਹਨੂੰ ਤੁਸੀਂ ਦਿਹਾੜੀ ਦੇ ਵਿੱਚ ਯਾਨੀ ਦਿਨ ਦੇ ਵਿੱਚ 2 ਤੋਂ 3 ਦਫਾ ਵੀ ਇਸਤੇਮਾਲ ਕਰਾ ਸਕਦੇ। ਇਹ ਦਿਲ ਦੀ ਕਮਜ਼ੋਰੀ ਨੂੰ ਰਫਾ ਕਰਦਾ। ਉਸ ਤੋਂ ਇਲਾਵਾ ਦਿਮਾਗੀ ਪਰੇਸ਼ਾਨੀ, ਇਸ ਚੀਜ਼ ਵਾਸਤੇ ਸ਼ਤੂਤ ਦਾ ਜਿਹੜਾ ਸ਼ਰਬਤ ਹੈ ਉਹ ਵੀ ਬਹੁਤ ਜ਼ਬਰਦਸਤ ਹੈ, ਰੋਜ਼ਾਨਾ ਇਸਤੇਮਾਲ ਕਰਨਾ ਚਾਹੀਦਾ। ਦਿਮਾਗੀ ਪਰੇਸ਼ਾਨੀ ਤੋਂ ਮੁਰਾਦ ਚਿੜਚਿੜਾਪਨ, ਨੀਂਦ ਦਾ ਨਾ ਆਉਣਾ ਔਰ ਇਸੇ ਤਰ੍ਹਾਂ ਹੀ ਪਾਗਲਪਨ, ਔਰ ਇਸ ਤੋਂ ਇਲਾਵਾ ਅਗਰ ਵੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਇਹ ਫਾਇਦਾ ਕਰਦਾ। ਬਾਜ਼ ਔਕਾਤ ਮਰੀਜ਼ਾਂ ਨੂੰ ਦੇਖਿਆ ਗਿਆ ਕਿ ਪਿਸ਼ਾਬ ਦੀ ਜ਼ਿਆਦਤੀ ਜਿਹੜੀ ਉਹ ਪੈਦਾ ਹੋ ਜਾਂਦੀ। ਸ਼ਤੂਤ ਦੇ ਫਲ ਦਾ ਥੋੜ੍ਹਾ ਥੋੜ੍ਹਾ ਮੂੰਹ ਦੇ ਵਿੱਚ ਰੱਖ ਕੇ ਚੂਸਣਾ ਪਿਸ਼ਾਬ ਦੀ ਜ਼ਿਆਦਤੀ ਰਫਾ ਹੋ ਜਾਂਦੀ, ਯਾਨੀ ਕਿ ਜਿਹੜਾ ਪਿਸ਼ਾਬ ਬਾਰ-ਬਾਰ ਆਉਂਦਾ ਉਹਦੇ ਵਾਸਤੇ ਬਹੁਤ ਹੀ ਮੁਨਾਫਾ ਬਖਸ਼ ਹੈ। ਇਸੇ ਤਰ੍ਹਾਂ ਅਗਰ ਅਸੀਂ ਵੇਖਦੇ ਹਾਂ ਤਾਂ ਸ਼ਤੂਤ ਦਾ ਸ਼ਰਬਤ ਜਾਂ ਇਹਦੇ ਰਸ ਨਾ ਸਿਰਫ ਪਿਆਸ ਨੂੰ ਬੁਝਾਉਂਦਾ ਬਲਕਿ ਗਲੇ ਦਾ ਦਰਦ ਜਿਹੜਾ ਹੁੰਦਾ ਉਹਨੂੰ ਵੀ ਇਹ ਬਹੁਤ ਜਲਦ ਫਾਇਦਾ ਕਰਦਾ, ਰਫਾ ਕਰਦਾ। ਉਸ ਤੋਂ ਇਲਾਵਾ ਸ਼ਰਬਤ ਤੂਤ ਸਿਆ, ਜਾਂ ਤੁਸੀਂ ਦੇਖਿਆ ਹੋਣਾ ਕਿ ਲੋਕ ਇਹਨਾਂ ਨੇ ਮੁਖਤਲਿਫ ਨਾਂ ਰੱਖੇ ਨੇ, ਔਰ ਬਾਜ਼ ਔਕਾਤ ਤੇ ਪਲੱਸ ਮਲੱਠੀ ਵੀ ਕਹਿੰਦੇ ਨੇ, ਔਰ ਇਹਦੇ ਵਿੱਚ ਮਲੱਠੀ ਦਾ ਵੀ ਇਸਤੇਮਾਲ ਕਰਦੇ ਨੇ। ਇਸੇ ਤਰ੍ਹਾਂ ਹੀ ਇਹਦੇ ਹਵਾਲੇ ਨਾਲ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਇਹਨਾਂ ਦਾ ਸ਼ਰਬਤ ਤਿਆਰ ਕੀਤਾ। ਲੇਕਿਨ ਤੁਸੀਂ ਇਹਦੇ ਵਿੱਚ ਕਾਲੇ ਜਿਹੜੇ ਤੂਤ ਹੁੰਦੇ ਨੇ ਉਹਨਾਂ ਦਾ ਅਗਰ ਸ਼ਰਬਤ ਬਣਾਉਣਾ ਤੇ ਗਲੇ ਦੇ ਦਰਦ ਵਾਸਤੇ, ਗਲੇ ਦੇ ਵਰਮ ਵਾਸਤੇ ਇਹਨੂੰ ਫਾਇਦਾ ਪਹੁੰਚਾਉਂਦਾ। ਤੂਤ ਸਿਆਹ ਦਾ ਰਸ ਇੱਕ ਤੁਸੀਂ ਅਗਰ ਬਿਲਫਰਜ਼ ਦਾ ਤੁਸੀਂ ਬਣਾਉਣਾ ਅਤੇ ਫਿਰ ਇਹਦੇ ਵਿੱਚ ਤੁਹਾਨੂੰ 1 ਪਾਈਆ ਜਿਹੜਾ ਤੂਤ ਦਾ ਰਸ ਹੋਣਾ ਚਾਹੀਦਾ, ਔਰ 1 ਕਿਲੋ ਚੀਨੀ, ਇਹਦਾ ਕਵਾਮ ਤਿਆਰ ਕਰਕੇ ਔਰ ਉਸ ਤੋਂ ਬਾਅਦ ਜਨਾਬ ਤੁਸੀਂ ਇਹਦਾ ਸ਼ਰਬਤ ਜਿਹੜਾ ਉਹ ਤਿਆਰ ਕਰੋ। ਬਾਜ਼ ਔਕਾਤ ਐਸਾ ਹੁੰਦਾ ਕਿ ਸ਼ਰਬਤ ਮੌਸਮ ਨਹੀਂ ਹੁੰਦਾ ਔਰ ਤੂਤ ਦਾ, ਲੇਕਿਨ ਇਹਦੇ ਵਿੱਚ ਇਹਦੇ ਪੱਤਿਆਂ ਦਾ ਵੀ ਬਹੁਤ ਜ਼ਿਆਦਾ ਦੇਖਿਆ ਗਿਆ ਕਿ ਬਹੁਤ ਅੱਛਾ ਰਿਜ਼ਲਟ ਮਿਲਦਾ। ਔਰ ਤੂਤ ਦਾ ਤੁਸੀਂ ਰੁੱਬ ਬਣਾ ਕੇ ਰੱਖ ਲਓ, ਆਮ ਜਿਹੜੇ ਦੋਸਤ ਅਹਿਬਾਬ ਜਾਣਦੇ ਨੇ, ਔਰ ਇਹਦਾ ਰੁੱਬ ਤਿਆਰ ਕਰਕੇ ਰੱਖ ਲਓ। ਔਰ ਉਸ ਤੋਂ ਬਾਅਦ ਜਨਾਬ ਉਹਦੇ 'ਚ ਤੁਸੀਂ 1 ਸਟਾਂਕ ਲਵੋ ਅਤੇ 1 ਕਿਲੋ ਚੀਨੀ ਔਰ ਹਲਕਾ ਜਿਹਾ ਪਾਣੀ ਪਾ ਕੇ ਇਹਦਾ ਕਵਾਮ ਤਿਆਰ ਕਰਕੇ ਇਹਦਾ ਸ਼ਰਬਤ ਵੀ ਬਣਾ ਕੇ ਰੱਖ ਸਕਦੇ। ਔਰ ਬਰੇ ਸਗੀਰ ਦੇ ਵਿੱਚ ਬਹੁਤ ਸਾਰੇ ਲੋਕ ਇਹਦੇ ਤੋਂ ਫਾਇਦਾ ਚੁੱਕਦੇ ਰਹਿਣ ਔਰ ਫਾਇਦਾ ਚੁੱਕ ਵੀ ਰਹੇ ਨੇ। ਖ਼ਾਸ ਤੌਰ 'ਤੇ ਗਲੇ ਦੇ ਜਿਹੜੇ ਗਦੂਦ ਹੁੰਦੇ ਨੇ ਉਹਨੂੰ ਵਾਸਤੇ ਤਾਂ ਬਹੁਤ ਹੀ ਜ਼ਬਰਦਸਤ, ਜਾਂ ਗਜ਼ਾ ਦੀ ਨਾਲੀ ਦੇ ਅੰਦਰ ਜਿਹੜਾ ਵਰਮ ਹੋ ਜਾਂਦਾ ਉਹਦੇ ਅੰਦਰ ਖਾਰਿਸ਼ ਹੁੰਦੀ। ਅਕਸਰ ਤੁਹਾਡੇ ਕੋਲ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਕੋਈ ਲੋਕ ਆਉਂਦੇ ਨੇ ਕਹਿੰਦੇ ਨੇ ਜੀ ਸਾਡੇ ਗਲੇ ਦੇ ਅੰਦਰ ਖਾਰਿਸ਼ ਮਹਿਸੂਸ ਹੁੰਦੀ, ਔਰ ਉਸ ਖਾਰਿਸ਼ ਨੂੰ ਇਹ ਦੂਰ ਕਰਦਾ। ਸ਼ਰਬਤ ਇਹਦਾ ਤੁਸੀਂ ਬਣਾ ਲਓ ਔਰ ਇਹਦੇ ਨਾਲ ਤੁਸੀਂ ਬੇਈਦਾਨਾ 3 ਗ੍ਰਾਮ, ਸ਼ਰਬਤ ਅਨਾਬ ਜਿਹੜਾ 5 ਦਾਣੇ, ਇਹਨਾਂ ਦੋ ਨੂੰ ਭਿਉਂ ਕੇ ਰੱਖ ਦਿਓ ਔਰ ਉਸ ਤੋਂ ਬਾਅਦ ਇਹ ਮਲ ਛਾਣ ਕੇ ਅਤੇ ਤੁਸੀਂ ਸ਼ਰਬਤ ਜਿਹੜਾ ਨਾਲ ਇਹਦੇ ਤੂਤ ਸਿਆ ਪਾ ਕੇ ਤੇ ਚਟਾਓ, ਔਰ ਮਰੀਜ਼ ਇਨਸ਼ਾ ਅੱਲਾਹ ਤਾਲਾ ਪਹਿਲੇ ਤੋਂ ਦੂਸਰੇ ਦਿਨ ਹੀ ਕਹੇਗਾ ਕਿ ਜੀ ਮੈਨੂੰ ਸਕੂਨ ਹੋ ਗਿਆ। ਔਰ ਇਸ ਤੋਂ ਇਲਾਵਾ ਬਰਗ ਜਿਹੜੇ ਨੇ ਤੂਤ ਦੇ ਪੱਤੇ, ਇਹ ਵੀ ਬਹੁਤ ਹੀ ਕਮਾਲ ਦੀ ਚੀਜ਼ ਹੈ। ਅਗਰ ਇਹਦੇ ਤੁਸੀਂ ਪੱਤੇ ਖਾਲੀ ਲੈ ਲੈਂਦੇ ਜੀ ਅਤੇ ਉਹ ਵੀ ਜਿਹੜਾ ਬਹੁਤ ਅੱਛਾ ਕੰਮ ਕਰਦੇ ਨੇ। ਜਿਸ ਤਰ੍ਹਾਂ ਕਿ ਇਹਦਾ ਤੁਸੀਂ ਸ਼ਰਬਤ ਬਣਾ ਲਓ, ਸ਼ਰਬਤ ਬਣਾ ਕੇ ਅਤੇ ਤੁਸੀਂ ਇਹਦਾ ਇਸਤੇਮਾਲ ਕਰੋ। ਅਗਰ ਮੌਸਮ ਗੁਜ਼ਰ ਜਾਏ ਤਾਂ ਫਿਰ ਤੁਸੀਂ ਇਹਦੇ ਤਾਜ਼ਾ ਪੱਤੇ ਤੋੜ ਲਓ, ਕਮ ਸੇ ਕਮ 1/2 ਕਿਲੋ ਹੋਵੇ, ਉਹਨੂੰ ਪਾਣੀ 'ਚ ਉਬਾਲ ਲਵੋ ਔਰ 5 ਤੋਲਾ ਉਹ ਜਿਹੜਾ ਤੁਸੀਂ ਪਾਣੀ ਉਬਾਲੋਗੇ ਉਹਦੇ 'ਚੋਂ ਤੁਸੀਂ ਲੈ ਕੇ ਇਹਦੇ ਗਰਾਰੇ ਕਰਾਓ ਮਰੀਜ਼ ਨੂੰ। ਉਹਦੇ ਨਾਲ ਅੱਲਾ ਦੀ ਮਿਹਰਬਾਨੀ ਨਾਲ ਬਹੁਤ ਜਲਦੀ ਸ਼ਫਾ ਹੋ ਜਾਂਦੀ, ਜਿਹੜੀ ਗਲੇ ਦੇ ਅੰਦਰ ਖਾਰਿਸ਼ ਹੁੰਦੀ, ਖਾਂਸੀ ਹੁੰਦੀ। ਔਰ ਇਹਨਾਂ ਦੋਨੋਂ ਵੀ ਤੁਸੀਂ ਜਿਸ ਤਰ੍ਹਾਂ ਕਿ ਇਹਦੇ ਪੱਤੇ ਔਰ ਮਲੱਠੀ ਦੋਨਾਂ ਦਾ ਹੀ ਜੁਸ਼ਾਂਦਾ ਵੀ ਤੁਸੀਂ ਪੀ ਸਕਦੇ ਜੇ। ਬਾਜ਼ ਔਕਾਤ ਇਹ ਵੀ ਦੇਖਿਆ ਗਿਆ ਕਿ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਖਾਂਸੀ ਹੋ ਜਾਂਦੀ, ਉੱਥੇ ਵੀ ਤੁਸੀਂ ਤੂਤ ਸਿਆਹ ਦਾ ਇਸਤੇਮਾਲ ਕਰ ਸਕਦੇ ਜੇ, ਸ਼ਤੂਤ ਦਾ ਇਸਤੇਮਾਲ ਕਰ ਸਕਦੇ ਜੇ, ਔਰ ਇਹਦੇ ਵਿੱਚ ਸ਼ਹਿਦ ਪਾ ਕੇ ਔਰ ਅਨਾਰ ਦਾ ਰਸ ਪਾ ਕੇ, ਜਿਨ੍ਹਾਂ ਲੋਕਾਂ ਨੂੰ ਗਰਮੀ ਦੀ ਵਜ੍ਹਾ ਤੋਂ ਖਾਂਸੀ ਹੁੰਦੀ ਉਹਨਾਂ ਲੋਕਾਂ ਵਾਸਤੇ ਬਹੁਤ ਹੀ ਕਮਾਲ ਦੀ ਚੀਜ਼ ਹੈ ਔਰ ਬਹੁਤ ਅੱਛਾ ਰਿਜ਼ਲਟ ਰੱਖਦੀ ਹੈ। ਖ਼ਾਸ ਤੌਰ 'ਤੇ ਜਿਹੜੇ ਲੰਮੇ ਸ਼ਤੂਤ ਨੇ ਇਹਨਾਂ ਦਾ ਤਾਂ ਫਿਰ ਬਹੁਤ ਸਾਰਾ ਹੀ ਫਾਇਦਾ, ਬਹੁਤ ਹੀ ਕਮਾਲ ਦੀ ਚੀਜ਼ ਹੈ। ਬਾਜ਼ ਔਕਾਤ ਇਹ ਵੀ ਦੇਖਿਆ ਗਿਆ ਕਿ ਤਮਾਮ ਤਿੱਬਾ ਇਕਰਾਮ ਨੂੰ ਵੀ ਮੈਂ ਕਹਾਂਗਾ ਕਿ ਜਿਹੜੇ ਲੋਕ ਇੱਕ ਚੀਜ਼ ਸਾਨੂੰ ਬਿਲਕੁਲ ਫੀਸ ਬਿਲਿਲ੍ਲਾਹ ਅੱਲਾਹ ਤਾਲਾ ਨੇ ਇੱਕ ਵਾਫਰ ਮਿਕਦਾਰ ਦੇ ਅੰਦਰ ਪੈਦਾ ਕੀਤੀ, ਅਤੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਤੋਂ ਜ਼ਿਆਦਾ ਤਵੱਜੋ ਦੇਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਇੱਕ ਤਾਂ ਖੁਸ਼ਕ ਕੋਈ ਚੀਜ਼ ਨਹੀਂ, ਉਸ ਤੋਂ ਇਲਾਵਾ ਸਾਡੇ ਕੋਲ ਇਹ ਤਾਜ਼ਾ ਮਿਲਦੀ ਹੈ
ਔਰ ਜਨਾਬ ਇਸ ਹਵਾਲੇ ਨਾਲ ਬਹੁਤ ਅੱਛਾ ਇੱਕ ਪਾਏ ਦੀ ਚੀਜ਼ ਹੈ ਔਰ ਇਹਨੂੰ ਤੁਸੀਂ ਇਸਤੇਮਾਲ ਕਰੋ ਔਰ ਇਹਦੇ ਤੋਂ ਫਾਇਦਾ ਚੁੱਕੋ। ਔਰ ਮੈਂ ਸਮਝਦਾ ਕਿ ਅਗਰ ਸ਼ਤੂਤ ਦਾ ਮੌਸਮ ਜਿਸ ਤਰ੍ਹਾਂ ਆ ਜਾਂਦਾ ਅਗਰ ਸ਼ਤੂਤ ਹੀ ਇਕੱਠੇ ਕਰ ਲੈ ਜਾਣ, ਇਕੱਠੇ ਕਰਕੇ ਔਰ ਖੁਸ਼ਕ ਕਰ ਲੈ ਜਾਣ, ਖੁਸ਼ਕ ਕਰਕੇ ਇਹਨਾਂ ਨੂੰ ਤੁਸੀਂ ਸੰਭਾਲ ਲੈਂਦੇ ਜੇ ਅਤੇ ਪੂਰਾ ਸਾਲ ਤੁਹਾਨੂੰ ਇਹ ਕੰਮ ਆਉਂਦੇ ਰਹਿੰਦੇ ਨੇ। ਔਰ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਬਾਹਰ ਦੇ ਮੁਲਕਾਂ ਦੇ ਵਿੱਚੋਂ ਲੋਕ ਇਹਦੇ ਤੋਂ ਅੱਛਾ ਖਾਸਾ ਸਰਮਾਇਆ ਵੀ ਕਮਾਉਂਦੇ ਨੇ, ਕਿਉਂਕਿ ਖੁਸ਼ਕ ਤੂਤ ਜਿਹੜੇ ਨੇ ਉਹ ਸਾਡੇ ਮੁਲਕ 'ਚ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਅਤੇ ਲੋਕ ਲੈ ਕੇ ਆਉਂਦੇ ਨੇ ਔਰ ਇਹਨਾਂ ਤੋਂ ਫਾਇਦਾ ਚੁੱਕਦੇ ਨੇ। ਔਰ ਸਾਡਾ ਵੀ ਹੱਕ ਬਣਦਾ, ਸਾਡੇ ਮੁਲਕ ਦੇ ਵਿੱਚ ਤਾਂ ਵਾਫਰ ਮਿਕਦਾਰ ਦੇ ਵਿੱਚ ਮੌਜੂਦ ਹੈ। ਮੈਂ ਜੱਲੋ ਪਾਰਕ ਲਾਹੌਰ ਦੇ ਨਜ਼ਦੀਕ ਰਹਿਣਾ ਅਤੇ ਮੈਂ ਦੇਖਿਆ ਕਿ ਇਸ ਕਦਰ ਇੱਥੇ ਇਤਨਾ ਤੂਤ ਹੈ ਕਿ ਬਹੁਤ ਜ਼ਿਆਦਾ ਹੈ। ਅਕਸਰ ਲੋਕ ਜਿਹੜੇ ਨੇ ਇੱਥੋਂ ਆਣ ਕੇ ਪੱਤੇ ਦੇ ਲੈ ਕੇ ਜਾਂਦੇ ਨੇ, ਜਿਹੜੇ ਰੇਸ਼ਮ ਦੇ ਕੀੜੇ ਪਾਲਦੇ ਨੇ। ਔਰ ਇਸ ਤੋਂ ਇਲਾਵਾ ਇਹਦਾ ਜਿਹੜੇ ਲੱਕੜੀ ਹੈ ਜਿਸ ਤਰ੍ਹਾਂ ਕਿ ਉਹ ਛੋਟੇ ਹੁੰਦੇ ਹਨ ਉਹਨਾਂ ਤੋਂ ਛਮਕਾਂ ਤੋਂ ਵੀ ਲੋਕ ਬਹੁਤ ਸਾਰਾ ਫਾਇਦਾ ਚੁੱਕਦੇ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੂੰ ਬਣਾਉਂਦੇ ਨੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਜਿਹੜੀ ਤਾਜ਼ਾ ਚੀਜ਼ ਮਿਲ ਜੇ, ਬਿਹਤਰੀਨ ਮਿਲ ਜੇ, ਉਹਦੇ ਤੋਂ ਭਰਪੂਰ ਫਾਇਦਾ ਚੁੱਕਣਾ ਚਾਹੀਦਾ। ਔਰ ਜਿੱਥੋਂ ਤੱਕ ਇੱਕ ਖਿਆਲ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਹਰ ਜਗ੍ਹਾ 'ਤੇ ਇਹ ਪੌਦਾ ਮੌਜੂਦ ਹੈ। ਜਿਸ ਤਰ੍ਹਾਂ ਹੀ ਮੌਸਮ ਬਹਾਰ ਸ਼ੁਰੂ ਹੁੰਦਾ ਔਰ ਇਹਦੇ ਨਾਲ ਫਲ ਲੱਗ ਜਾਂਦਾ ਔਰ ਇਹਦੇ ਤੋਂ ਇਸ ਕਦਰ ਫਾਇਦਾ ਚੁੱਕਿਆ ਜਾ ਸਕਦਾ। ਇਹਦੀਆਂ 3 ਅਕਸਾਮ ਦੇਖੇ ਨੇ, ਇੱਕ ਬਿਲਕੁਲ ਸਿਆਹ ਰੰਗ ਦਾ ਹੁੰਦਾ, ਇੱਕ ਬਿਲਕੁਲ ਸਫੈਦ ਰੰਗ ਦਾ ਹੁੰਦਾ ਔਰ ਇੱਕ ਬਿਲਕੁਲ ਯਾਨੀ ਕਿ ਜਿਹਨੂੰ ਕਹਿ ਸਕਦੇ ਹਾਂ ਅਸੀਂ ਲਾਲ ਰੰਗ ਦਾ ਹੁੰਦਾ। ਲੇਕਿਨ ਸਾਰੀਆਂ ਜਿਹੜੀਆਂ ਅਕਸਾਮ ਨੇ ਸਾਰੀਆਂ ਦੀਆਂ ਸਾਰੀਆਂ ਹੀ ਫਾਇਦੇਮੰਦ ਨੇ। ਖ਼ਾਸ ਤੌਰ 'ਤੇ ਜਿਹੜੇ ਛੋਟੇ ਨੇ ਉਹਨਾਂ 'ਚ ਇੱਕ ਤਾਕਤ ਜ਼ਿਆਦਾ ਹੁੰਦੀ ਔਰ ਜਿਹੜੇ ਲੰਬਾਈ 'ਚ ਹੁੰਦੇ ਨੇ ਉਹਨਾਂ ਦੇ ਅੰਦਰ ਤਾਕਤ ਇਤਨੀ ਨਹੀਂ ਹੁੰਦੀ, ਕਮ ਹੁੰਦੀ। ਲੇਕਿਨ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਛੋਟਿਆਂ ਦਾ ਇਸਤੇਮਾਲ ਕਰਨਾ ਚਾਹੀਦਾ। ਔਰ ਤੁਸੀਂ ਅਕਸਰ ਕਦੀ ਨਾ ਕਦੀ ਤੁਸੀਂ ਹੱਜ ਉਮਰਾ ਕਰਨ ਗਿਆ ਹੋਵੋਗੇ ਅਤੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਵਾਪਸੀ ਦੇ ਜੁੜੇ ਕੁਝ ਲੋਕ ਨੇ ਉਹ ਖੁਸ਼ਕ ਖਜੂਰਾਂ ਜਿਹੜੀਆਂ ਨੇ ਔਰ ਨਾਲ ਜਨਾਬ ਖੁਸ਼ਕ ਸ਼ਤੂਤ ਜਿਹੜੇ ਨੇ ਉਹ ਲੈ ਕੇ ਆਉਂਦੇ ਨੇ। ਔਰ ਅਕਸਰ ਅਸੀਂ ਦੇਖਿਆ ਇਹ ਵੀ ਹੈ ਕਿ ਜਿਵੇਂ ਹੀ ਮੌਸਮ ਥੋੜ੍ਹਾ ਜਿਹਾ ਬਦਲਦਾ ਯਾਨੀ ਕਿ ਸਰਦੀ ਦਾ ਸੀਜ਼ਨ ਸ਼ੁਰੂ ਹੁੰਦਾ ਅਤੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਪਠਾਨ ਜਿਹੜੇ ਸਾਡੇ ਭਾਈ ਨੇ ਉਹ ਮੁਖਤਲਿਫ ਇਲਾਕਿਆਂ 'ਚੋਂ ਪੰਜਾਬ ਦੇ ਵਿੱਚ, ਕਰਾਚੀ ਦੇ ਵਿੱਚ, ਹੋਰ ਜਗ੍ਹਾ 'ਤੇ ਆਉਂਦੇ ਨੇ ਅਤੇ ਉਹ ਫਿਰ ਨਾਲ ਹੀ ਆਪਣਾ ਉਹਨਾਂ ਨੇ ਇੱਕ ਰੇਹੜੀ ਰੱਖੀ ਹੁੰਦੀ ਹੈ, ਰੇਹੜੀ ਦੇ ਅੰਦਰ ਰੱਖ ਕੇ ਅਤੇ ਉਹ ਲੈ ਕੇ ਆਉਂਦੇ ਨੇ। ਔਰ ਫਿਰ ਉਹਦਾ ਜਿਹੜਾ ਫਾਇਦਾ ਹੁੰਦਾ ਕਿਉਂਕਿ ਸਰਦੀਆਂ ਦੇ ਅੰਦਰ ਖਾਂਸੀ ਦਾ ਵੀ ਅੰਦੇਸ਼ਾ ਜ਼ਿਆਦਾ ਹੁੰਦਾ ਔਰ ਅੱਲਾ ਦਾ ਕੈਸਾ ਕਮਾਲ ਹੈ ਕਿ ਜਨਾਬ ਇਹ ਫਿਰ ਬੰਦਿਆਂ ਦੀ ਖਿਦਮਤ 'ਚ ਹਾਜ਼ਰ ਹੋ ਜਾਂਦੇ ਨੇ ਕਿ ਲਓ ਜੀ ਆਪਣਾ ਤੁਸੀਂ ਇਹਨੂੰ ਇਸਤੇਮਾਲ ਕਰੋ ਔਰ ਇਹਦੇ ਤੋਂ ਫਾਇਦਾ ਚੁੱਕੋ। ਔਰ ਹਰ ਮੌਸਮ ਦੇ ਵਿੱਚ ਇਹਦਾ ਇਸਤੇਮਾਲ ਕਰਨਾ ਫਾਇਦੇਮੰਦ ਹੈ ਔਰ ਇਹ ਗਲੇ ਦੀਆਂ ਬੇਸ਼ੁਮਾਰ ਬਿਮਾਰੀਆਂ ਨੂੰ ਫਾਇਦਾ ਕਰਦਾ। ਔਰ ਇਸੇ ਤਰ੍ਹਾਂ ਅਗਰ ਤੁਸੀਂ ਦੇਖੋ ਤਾਂ ਸਾਡੇ ਕੋਲ ਬਹੁਤ ਵੱਡੀ ਅੱਲਾ ਦੀ ਨਿਅਮਤ ਹੈ ਔਰ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਔਰ ਤੂਤ ਦੇ ਹਵਾਲੇ ਨਾਲ ਬਹੁਤ ਅਰਸਾ ਪਹਿਲੇ ਇੱਕ ਔਰਤ ਸੀ ਔਰ ਉਹਨਾਂ ਦੇ ਗਲੇ ਦੇ ਅੰਦਰ ਦਾਣੇ ਬਣ ਗਏ ਔਰ ਦਾਣੇ ਵੀ ਇਸ ਕਦਰ ਮੋਟੇ ਮੋਟੇ ਔਰ ਲਾਲ ਸੁਰਖ ਔਰ ਕਦੀ ਉਹ ਕਾਲੇ ਰੰਗ ਦੇ ਹੋ ਜਾਂਦੇ ਸੀ ਅਤੇ ਕਦੀ ਇਸ ਤਰ੍ਹਾਂ। ਲੇਕਿਨ ਗਲੇ ਦੇ ਅੰਦਰ ਇਸ ਕਦਰ ਖਾਰਿਸ਼ ਹੁੰਦੀ ਸੀ ਕਿ ਮਰੀਜ਼ ਆਪਣੀ ਕਿਸੇ ਵੀ ਜਗ੍ਹਾ ਦੇ ਉੱਪਰ ਰੁਕ ਨਹੀਂ ਸਕਦਾ ਸੀ ਕਿਉਂਕਿ ਖਾਰਿਸ਼ ਸ਼ਦੀਦ ਹੁੰਦੀ ਸੀ। ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਮਸਲਾ, ਲੇਕਿਨ ਉਹਨਾਂ ਨੂੰ ਕੀਤਾ ਕਿ ਸਿਰਫ ਇਹਦੇ ਚੰਦ ਪੱਤੇ ਜਿਸ ਤਰ੍ਹਾਂ 5-7 ਪੱਤੇ ਲੈ ਕੇ ਉਹਨੂੰ ਅੱਛੇ ਤਰੀਕੇ ਨਾਲ ਪਾਣੀ 'ਚ ਉਬਾਲ ਲੈਣਾ, ਉਬਾਲ ਕੇ ਹਲਕਾ ਜਿਹਾ ਨਮਕ ਪਾ ਲੈਣਾ, ਉਹਦੇ 'ਚ ਨਮਕ ਪਾ ਕੇ ਅਤੇ ਉਸ ਤੋਂ ਬਾਅਦ ਉਹਦੇ ਨਾਲ ਗਰਾਰੇ ਕਰਨੇ ਨੇ, ਸੁਬਾਹ ਸ਼ਾਮ ਗਰਾਰੇ ਕਰਨੇ ਨੇ ਔਰ ਨਾਲ ਇਹਦਾ ਸ਼ਰਬਤ ਪਿਲਾਉਣਾ। ਔਰ ਇਹਦੇ ਨਾਲ ਹੀ ਅਗਰ ਖਮੀਰਾ ਗੌਜ਼ਬਾਨ ਸਾਦਾ ਦਿੱਤਾ ਜਾਵੇ ਅਤੇ ਫਿਰ ਇਹਦੀ ਤਾਕਤ ਜਿਹੜੀ ਉਹ ਕਾਫੀ ਬਿਹਤਰ ਹੋ ਜਾਂਦੀ ਔਰ ਮਰੀਜ਼ ਜਿਹੜਾ ਉਹ ਸਕੂਨ ਮਹਿਸੂਸ ਕਰਦਾ। ਅਕਸਰ ਉਹ ਗਰਮੀ ਖੁਸ਼ਕੀ ਤੋਂ, ਗਰਮੀ ਤਰੀ ਤੋਂ ਔਰ ਸਰਦੀ ਖੁਸ਼ਕੀ ਤੋਂ ਗਲੇ ਦੇ ਅੰਦਰ ਅਕਸਰ ਬਣ ਜਾਂਦੇ ਨੇ। ਔਰ ਅਕਸਰ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਲੋਕਾਂ ਦੇ ਗਲੇ ਦੇ ਜਦੋਂ ਗਦੂਦ ਵੱਧਦੇ ਨੇ ਅਤੇ ਉਸ ਲਿਹਾਜ਼ ਨਾਲ ਉਹ ਸਿਰਫ ਆਪਰੇਸ਼ਨ ਗਿਣਦੇ ਨੇ ਕਿ ਜੀ ਆਪਰੇਸ਼ਨ ਹੀ ਹੋਏਗਾ, ਆਪਰੇਸ਼ਨ ਹੀ ਇਹਦਾ ਆਖਰੀ ਹੱਲ ਹੈ। ਲੇਕਿਨ ਕੋਸ਼ਿਸ਼ ਕਰਕੇ ਵੇਖਣਾ ਚਾਹੀਦੀ ਔਰ ਅੱਲਾ ਨੇ ਚਾਹਿਆ ਅਤੇ ਇਨਸ਼ਾ ਅੱਲਾਹ ਤਾਲਾ ਤੁਸੀਂ ਮਹਿਸੂਸ ਕਰੋਗੇ ਕਿ ਪਹਿਲੀ ਦੂਸਰੀ ਖੁਰਾਕ 'ਤੇ ਹੀ ਮਰੀਜ਼ ਜਿਹੜਾ ਉਹ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰਨ ਲੱਗ ਪਏਗਾ। ਔਰ ਅੱਲਾ ਦੀ ਇਤਨੀ ਵੱਡੀ ਨਿਅਮਤ ਹੈ, ਇਹਦੇ ਤੋਂ ਸਾਨੂੰ ਫਾਇਦਾ ਚੁੱਕਣਾ ਚਾਹੀਦਾ
ਔਰ ਪੂਰੀ ਦੁਨੀਆ ਦੇ ਵਿੱਚ ਇਹ ਪੌਦਾ ਪਾਇਆ ਜਾਂਦਾ ਔਰ ਇਹਦੀ ਲੱਕੜੀ ਬਹੁਤ ਜ਼ਿਆਦਾ ਸਖਤ ਹੁੰਦੀ ਔਰ ਇਹਦੀ ਜਿਹੜੀ ਜੜ੍ਹ ਹੈ ਔਰ ਜੜ੍ਹ ਦੇ ਹਵਾਲੇ ਨਾਲ ਅਗਰ ਤੁਸੀਂ 2 ਤੋਂ 4 ਗ੍ਰਾਮ ਲੈ ਕੇ ਉਹਦਾ ਜੋਸ਼ਾਂਦਾ ਬਣਾ ਕੇ ਜਿਨ੍ਹਾਂ ਦੇ ਪੇਟ ਦੇ ਅੰਦਰ ਕੀੜੇ ਨੇ ਬਲਗਮ ਦੀ ਜ਼ਿਆਦਤੀ ਦੀ ਵਜ੍ਹਾ ਤੋਂ ਉਹਨਾਂ ਨੂੰ ਇਹ ਫਾਇਦਾ ਕਰਦਾ। ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਇਹਦੀ ਲੱਕੜੀ ਜਿਹੜੀ ਹੈ ਔਰ ਲੱਕੜੀ ਦਾ ਅਗਰ ਤੁਸੀਂ ਜੋਸ਼ਾਂਦਾ ਉਹਦੇ ਨਾਲ ਤੁਸੀਂ ਗਰਾਰੇ ਕਰਦੇ ਜੇ ਗਲੇ ਦੇ ਅੰਦਰ ਕੋਈ ਮਸਲਾ ਹੈ ਅਤੇ ਫਿਰ ਉਹਦੀ ਮਜ਼ੀਦ ਤਾਕਤ ਵੱਧ ਜਾਂਦੀ। ਉਹਦੇ ਨਾਲ ਤੁਸੀਂ ਗਰਾਰੇ ਕਰਨ ਤੋਂ ਬਾਅਦ ਵੀ ਕਮ ਸੇ ਕਮ 1 ਘੰਟਾ ਬਾਅਦ ਕੋਈ ਚੀਜ਼ ਨਹੀਂ ਖਾਣੀ ਅਤੇ ਉਹਦੇ ਨਾਲ ਇਸ ਕਦਰ ਫਾਇਦਾ ਹੁੰਦਾ ਹੈ ਕਿ ਕਿਆ ਕਹਿਣਾ। ਇਸ ਤੋਂ ਅਸੀਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੇਖੀਆਂ ਨੇ ਕਿ ਕੁਦਰਤ ਨੇ ਨਿਜ਼ਾਮੇ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਬਿਮਾਰੀ ਅਗਰ ਭੇਜੀ ਤਾਂ ਉਹਦੇ ਇਲਾਜ ਜਿਹੜੇ ਨੇ ਉਹ ਰੱਖੇ ਨੇ। ਔਰ ਅਗਰ ਦੇਖਿਆ ਜਾਵੇ ਤਾਂ ਬਾਹੂਗੋਲਾ ਅਕਸਰ ਤੁਸੀਂ ਦੇਖਿਆ ਹੋਣਾ ਕਿ ਬਾਹੂਗੋਲਾ ਜਿਹੜਾ ਉਹ ਬਣ ਜਾਂਦਾ। ਬਾਹੂਗੋਲੇ ਦੇ ਵਿੱਚ ਇਹ ਹੁੰਦਾ ਹੈ ਕਿ ਪੇਟ ਦੇ ਅੰਦਰ ਹਵਾ ਭਰ ਜਾਂਦੀ ਔਰ ਹਵਾ ਭਰਨ ਤੋਂ ਬਾਅਦ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਬਾਇਸ ਬਣਦਾ। ਉਸ ਤੋਂ ਇਲਾਵਾ ਕੋਈ ਵੀ ਚੂਰਨ ਤੁਸੀਂ ਇਸਤੇਮਾਲ ਕਰਦੇ ਜੇ ਔਰ ਨਾਲ ਤੁਸੀਂ ਤੂਤ ਸਿਆਹ ਦੇ 2 ਚਮਚ ਸੁਬਹ ਦੁਪਹਿਰ ਸ਼ਾਮ ਦਿਓ ਔਰ ਇਹਦੇ ਨਾਲ ਵੀ ਇਹ ਮਸਲਾ ਇਨਸ਼ਾ ਅੱਲਾਹ ਤਾਲਾ ਠੀਕ ਹੋਣ ਲੱਗ ਪੈਂਦਾ। ਔਰ ਜਿਹੜੇ ਮਰੀਜ਼ ਜਿਹੜੇ ਨੇ ਹਰ ਵੇਲੇ ਝਗੜਦੇ ਰਹਿੰਦੇ ਨੇ ਲੜਦੇ ਰਹਿੰਦੇ ਨੇ ਘਰ ਦੇ ਵਿੱਚ ਔਰ ਜਨਾਬ ਉਹਨਾਂ ਦੀ ਕਿਸੇ ਨਾਲ ਬਣਦੀ ਨਹੀਂ ਔਰ ਅਕਸਰ ਇਹ ਵੀ ਦੇਖਿਆ ਗਿਆ ਕਿ ਉਹਨਾਂ ਦਾ ਨਿਜ਼ਾਮ ਐਸਾ ਹੁੰਦਾ ਕਿ ਉਹ 24 ਘੰਟੇ ਯਾਨੀ ਕਿ ਗੱਲ ਕਿ ਚਿਚੜੇਪਨ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਰਾਤ ਦਿਨ ਸੌਣਾ ਨਹੀਂ ਕੰਮ ਕਰਦੇ ਰਹਿਣਾ ਅਤੇ ਫਿਰ ਉਹ ਜਨਾਬ ਆਪਣੇ ਬੀਵੀ ਬੱਚਿਆਂ ਨਾਲ ਜਾਂ ਗਲੀ ਮੁਹੱਲੇ ਦੇ ਲੋਕਾਂ ਨਾਲ ਹਰ ਵੇਲੇ ਝਗੜਾ ਚਿੜਚਿੜਾਪਨ ਸ਼ੁਰੂ ਹੋ ਜਾਂਦਾ। ਉਹਨਾਂ ਲੋਕਾਂ ਵਾਸਤੇ ਤਾਂ ਬਹੁਤ ਹੀ ਕਮਾਲ ਦੀ ਚੀਜ਼ ਹੈ ਔਰ ਇਹਦੇ 2 ਚਮਚ ਤੁਸੀਂ ਆਪਣਾ ਸ਼ਰਬਤ ਬਣਾ ਲਓ ਜਾਂ ਬਾਜ਼ਾਰੋਂ ਮਿਲ ਜਾਂਦਾ ਇਹਦਾ ਸ਼ਰਬਤ ਸੁਬਹ ਦੁਪਹਿਰ ਸ਼ਾਮ 2 ਚਮਚ ਦਿਓ ਔਰ ਨਾਲ ਕੋਈ ਵੀ ਤੁਸੀਂ ਮਿਹਦੇ ਵਾਸਤੇ ਕੋਈ ਚੀਜ਼ ਲੈ ਲਓ ਜਿਸ ਤਰ੍ਹਾਂ ਗੈਸਟੋਫਿਲ ਜਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਦੀਆਂ ਸਾਰੀਆਂ ਫਾਇਦੇਮੰਦ ਸਾਬਤ ਹੁੰਦੀਆਂ ਨੇ। ਮਿਰਗੀ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਹੀ ਆਲਾ ਦਰਜੇ ਦੀ ਚੀਜ਼ ਹੈ। ਮਿਰਗੀ ਦੇ ਮਰੀਜ਼ ਜਿਹੜੀ ਕੋਈ ਦਵਾਈ ਇਸਤੇਮਾਲ ਕਰਨ ਉਹਦੇ ਨਾਲ ਅਗਰ ਤੂਤ ਸਿਆਹ ਦਾ ਜਾਂ ਤੂਤ ਜਾਂ ਸ਼ਤੂਤ ਦਾ ਕੋਈ ਵੀ ਸ਼ਰਬਤ ਜਾਂ ਮੁਰੱਕਬ ਬਣਿਆ ਹੋਵੇ ਉਹਦੇ ਨਾਲ ਇਸਤੇਮਾਲ ਕਰਨ ਦੇ ਉਹ ਕਾਫੀ ਹੱਦ ਤੱਕ ਮਰਜ਼ ਜਿਹੜੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਔਰ ਜਿਹੜਾ ਦੌਰਾ ਪੈਂਦਾ ਬਾਰ ਉਹਦੇ ਵਿੱਚ ਕਮੀ ਆਉਣ ਲੱਗ ਪੈਂਦੀ ਕਿਉਂਕਿ ਇਹ ਨੀਂਦ ਪੈਦਾ ਕਰਦਾ ਅਤੇ ਜਿਹੜੀ ਨੀਂਦ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਿਹਤਰ ਕਰਦੀ। ਔਰ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਸਾਡੇ ਗਲੇ ਦੇ ਗਦੂਦ ਵੱਧ ਗਏ ਨੇ, ਗਲੇ ਦੇ ਗਦੂਦਾਂ ਵਾਸਤੇ ਤਾਂ ਇਸ ਕਦਰ ਅੱਲਾਹ ਤਾਲਾ ਨੇ ਇਹਦੇ ਅੰਦਰ ਸ਼ਫਾ ਰੱਖੀ ਔਰ ਕਿਉਂਕਿ ਦਿਲ ਨੂੰ ਵੀ ਤਸਕੀਨ ਦਿੰਦਾ ਔਰ ਇਸੇ ਤਰ੍ਹਾਂ ਜਿਹੜੀ ਤਰ ਖਾਰਿਸ਼ ਜਾਂ ਗਲੇ ਦੇ ਜ਼ਖਮ ਨੇ ਉਹਦੇ ਵਾਸਤੇ ਤਾਂ ਫਿਰ ਬਹੁਤ ਹੀ ਵੱਡੀ ਚੀਜ਼ ਹੈ ਔਰ 2 ਚਮਚ ਇਸਤੇਮਾਲ ਕਰਨੇ ਚਾਹੀਦੇ ਨੇ। ਔਰ ਇਹਦਾ ਮੈਂ ਸਮਝਣਾ ਕਿ ਜੋਸ਼ਾਂਦਾ ਉਹਦਾ ਤੁਸੀਂ ਇਸਤੇਮਾਲ ਕਰ ਸਕਦੇ ਜੀ ਔਰ ਨਾਲ ਤੁਸੀਂ ਜਿਹੜੇ ਗਲੇ ਦੇ ਗਦੂਦਾਂ ਵਾਸਤੇ ਕਮ ਸੇ ਕਮ 1.5 ਮਹੀਨੇ ਤੱਕ ਮੁਸਲਸਲ ਇਹਦਾ ਇਸਤੇਮਾਲ ਕਰਨਾ ਚਾਹੀਦਾ ਔਰ ਫਿਰ ਇਹ ਮੁਨਾਫਾ ਬਖਸ਼ ਹੋਏਗਾ ਨਫਾ ਬਖਸ਼ ਹੋਏਗਾ ਔਰ 1 ਮਹੀਨੇ ਤੋਂ ਬਾਅਦ ਇਨਸ਼ਾ ਅੱਲਾਹ ਤਾਲਾ 100% ਅੱਲਾ ਦੇ ਘਰ 'ਚ ਯਕੀਨ ਹੈ ਕਿ ਤੁਹਾਡਾ ਜਿਹੜਾ ਇਹ ਗਦੂਦ ਜਿਹੜੇ ਵੱਜ ਜਾਂਦੇ ਨੇ ਗਲੇ ਦੇ ਔਰ ਕੋਈ ਵੀ ਮਰੀਜ਼ ਉਹ ਠੰਡੀ ਸ਼ੈ ਖਾਂਦਾ ਅਤੇ ਫੌਰਨ ਉਹਨੂੰ ਖਾਂਸੀ ਲੱਗ ਜਾਂਦੀ ਜਾਂ ਖੱਟੀ ਕੋਈ ਚੀਜ਼ ਖਾਂਦਾ ਅਤੇ ਗਲੇ ਪੈ ਜਾਂਦੇ ਨੇ ਔਰ ਗਲਿਆਂ ਦਾ ਮਸਲਾ ਜਿਹੜਾ ਉਹਨਾਂ ਨੂੰ ਬਣ ਜਾਂਦਾ। ਉਹਨਾਂ ਲੋਕਾਂ ਵਾਸਤੇ ਤਾਂ ਬਹੁਤ ਹੀ ਕਮਾਲ ਦੀ ਚੀਜ਼ ਹੈ, ਇੰਤਹਾਈ ਫਾਇਦੇਮੰਦ ਚੀਜ਼ ਹੈ ਔਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਕੁਦਰਤ ਦੀਆਂ ਚੀਜ਼ਾਂ ਤੋਂ ਫਾਇਦਾ ਚੁੱਕਣਾ ਚਾਹੀਦਾ ਔਰ ਅੱਲਾ ਨੇ ਚਾਹਿਆ ਤਾਂ ਇਨਸ਼ਾ ਅੱਲਾਹ ਤਾਲਾ ਦੋਸਤ ਇਹਦੇ ਤੋਂ ਫਾਇਦਾ ਚੁੱਕਣਗੇ ਔਰ ਸਾਡੇ ਹੱਕ 'ਚ ਵੀ ਜ਼ਰੂਰ ਦੁਆ ਕਰਨਗੇ। ਬਾਕੀ ਦੋਸਤਾਂ ਅੱਗੇ ਗੁਜ਼ਾਰਿਸ਼ ਇਹੋ ਹੀ ਹੈ ਕਿ ਇਸ ਚੀਜ਼ ਨੂੰ ਮੇਰੇ ਦੱਸਣ ਦਾ ਮਕਸਦ ਮੇਰੇ ਸਮਝਾਉਣ ਦਾ ਮਕਸਦ ਤਬੀਬ ਹਜ਼ਰਾਤ ਵਾਸਤੇ ਕਿ ਜਿਹੜੀਆਂ ਕੁਦਰਤ ਨੇ ਤੁਹਾਨੂੰ ਤਾਜ਼ਾ ਚੀਜ਼ਾਂ ਦਿੱਤੀਆਂ ਨੇ ਉਹਨਾਂ ਤੋਂ ਭਰਪੂਰ ਫਾਇਦਾ ਚੁੱਕੋ ਔਰ ਜਿਹੜੀਆਂ ਬਾਜ਼ਾਰੋਂ ਮਿਲਦੀਆਂ ਨੇ ਇੱਕ ਤਾਂ ਉਹ ਪੁਰਾਣੀਆਂ ਹੁੰਦੀਆਂ ਨੇ ਔਰ ਉਸ ਤੋਂ ਬਾਅਦ ਉਹ ਨਾਕਸ ਹੁੰਦੀਆਂ ਨੇ, ਉਹ ਇਤਨਾ ਫਾਇਦਾ ਨਹੀਂ ਕਰਦੀਆਂ ਜਿਤਨੀਆਂ ਕਿ ਤਾਜ਼ਾ ਚੀਜ਼ਾਂ ਕਰਦੀਆਂ ਨੇ। ਔਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਆਪਣੇ ਹੱਥ ਨਾਲ ਲੈ ਕੇ ਉਹ ਸਾਫ਼ ਸੁਥਰੇ ਕਰੋ ਕਰਕੇ ਫਿਰ ਤੁਸੀਂ ਇਹਦੇ ਤੋਂ ਚੀਜ਼ਾਂ ਇਸਤੇਮਾਲ ਇਹ ਆਮ ਬੰਦਾ ਵੀ ਇਸਤੇਮਾਲ ਕਰ ਸਕਦਾ ਘਰ ਦੇ ਵਿੱਚ ਕੋਈ ਵੀ ਬੰਦਾ ਕਿਉਂਕਿ ਇਹ ਚੀਜ਼ਾਂ ਫਾਇਦੇਮੰਦ ਨੇ, ਨੁਕਸਾਨ ਨਹੀਂ ਦਿੰਦੀਆਂ। ਔਰ ਇਨਸ਼ਾ ਅੱਲਾਹ ਤਾਲਾ ਉਮੀਦ ਹੈ ਕਿ ਅੱਜ ਦੀ ਕਾਵਿਸ਼ ਵੀ ਤੁਹਾਨੂੰ ਪਸੰਦ ਆਈ ਹੋਏਗੀ ਔਰ ਜਨਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਦੂਸਰੇ ਦੋਸਤਾਂ ਨੂੰ ਵੀ ਇਹਦਾ ਫਾਇਦਾ ਪਹੁੰਚੇ ਔਰ ਅੱਲਾ ਦੇ ਹੁਕਮ ਨੇ ਇਨਸ਼ਾ ਅੱਲਾਹ ਤਾਲਾ ਜਿਸ ਤਰ੍ਹਾਂ
ਮੈਂ ਬਣਾ ਰਿਹਾ, ਬਹੁਤ ਸਾਰੇ ਲੋਕ ਜਿਹੜੇ ਨੇ ਇਸ ਹਵਾਲੇ ਨਾਲ ਗੱਲਬਾਤ ਕਰਦੇ ਨੇ। ਔਰ ਬਹੁਤ ਸ਼ੁਕਰੀਆ ਜੀ। ਉਮੀਦ ਹੈ ਤੁਹਾਨੂੰ ਅੱਜ ਦੀ ਕਾਫਿਸ਼ ਜ਼ਰੂਰ ਪਸੰਦ ਆਈ ਹੋਵੇਗੀ। ਔਰ ਜੀ ਬਹੁਤ ਸ਼ੁਕਰੀਆ। अस्सलाम वालेकुम जी।